अच्छा हकीम साहब जीरा ਜਿਹੜਾ ਅਸੀਂ ਬਾਜ਼ ਕਾਤ ਹਾਂਡੀ 'ਚ ਨਾ ਪਾਈਏ ਤੇ ਉਹਦਾ ਜ਼ਾਇਕਾ ਵੀ ਨਹੀਂ ਇੰਨਾ ਹੁੰਦਾ ਤੇ ਇਹਦੇ ਵੈਸੇ ਫਾਇਦੇ ਕੀ ਹੁੰਦੇ ਨੇ ਜੀਰੇ ਦੇ? ਕਹਿੰਦੇ ਨੇ ਜੀਰਾ ਬੜੀ ਚੰਗੀ ਸ਼ੈ ਹੈ ਜੀ, ਇਹਦਾ ਸਿਰਕਾ ਵੀ ਹੁੰਦਾ ਜੀਰੇ ਦਾ। ਕਾਇਨਾਤ ਦੇ ਵਿੱਚ ਕੋਈ ਵੀ ਚੀਜ਼ ਬੇਕਾਰ ਨਹੀਂ। ਅੱਲਾ ਨੇ ਜਿਹੜੀ ਵੀ ਚੀਜ਼ ਪੈਦਾ ਕੀਤੀ ਹੈ ਉਹਦੇ ਫਾਇਦੇ ਹੀ ਫਾਇਦੇ, ਭਾਵੇਂ ਸਾਡਾ ਫੁਜ਼ਲਾ ਹੀ ਕਿਉਂ ਨਹੀਂ ਗਾ, ਉਹਦੇ ਵੀ ਫਾਇਦੇ। ਉਹ ਖਾਦ ਦੇ ਤੌਰ 'ਤੇ ਜ਼ਮੀਨ 'ਚੋਂ ਕੰਮ ਆਉਂਦਾ ਰਹੇਗਾ, ਉਹਦੇ ਨਾਲ ਨਵੀਆਂ ਫਸਲਾਂ ਜ਼ਮੀਨ ਨੂੰ ਯੂਰੀਆ ਹੁੰਦਾ ਹੈ, ਉਹਦੇ 'ਚ ਹੋਰ ਜਿੰਨੀਆਂ ਤੁਹਾਡੀਆਂ ਜ਼ਮੀਨ ਦੀ ਨਸ਼ੋ ਪੌਦਿਆਂ ਦੀ ਨਸ਼ੋ ਨੁਮਾ, ਨਬਾਤਾਤ ਦੀ ਨਸ਼ੋ ਨੁਮਾ ਵਾਸਤੇ ਉਹਦੇ 'ਚ ਚੀਜ਼ਾਂ ਨੇਗੇ, ਉਹ ਸਾਰੀਆਂ ਉਹਦੇ ਤੋਂ ਫਸਲਾਂ ਉੱਗਦੀਆਂ, ਉਹ ਫਿਰ ਹੈਵਾਨ ਖਾਂਦੇ ਨੇ ਜਾਂ ਅਸੀਂ ਖਾਂਦੇ ਹੈਗੇ, ਫਿਰ ਸਾਡੀ ਗਿਜ਼ਾ ਬਣਦੀ, ਸਾਡਾ ਜਿਸਮ ਤਾਕਤ 'ਚ ਆਉਂਦਾ ਹੈ। ਇਸ ਤਰ੍ਹਾਂ ਹੀ ਜ਼ੀਰਾ ਦੇ ਵੀ ਫਾਇਦੇ ਨੇ, ਕੋਈ ਵੀ ਚੀਜ਼ ਜਿਹੜੀ ਬੇਕਾਰ ਨਹੀਂ। ਜ਼ੀਰਾ ਵੀ ਉਹਦੇ ਵੀ ਫਾਇਦੇ ਨੇ, ਉਹਦੇ ਮਿਜ਼ਾਜ ਵੀ ਤਰ ਗਰਮ ਹੈਗਾ, ਤਰੀ ਉਹਦੇ 'ਚ ਜ਼ਿਆਦਾ ਹੈ, ਗਰਮੀ ਕਮ ਹੈ। ਜਦੋਂ ਤੁਸੀਂ ਚਬਾ ਕੇ ਦੇਖੋ ਤੁਹਾਨੂੰ ਜ਼ੁਬਾਨ ਨੂੰ ਇੱਕ ਵਾਰੀ ਥੋੜ੍ਹਾ ਜਿਹਾ ਚੁਭੇਗਾ, ਫਿਰ ਫਰਤ ਦੇਗਾ, ਖੁਸ਼ੀ ਆਏਗੀ, ਇੱਕ ਆਪਣਾ ਤੁਹਾਨੂੰ ਆਪਣੇ ਖੁਸ਼ਬੂ ਦੀ ਤਰ੍ਹਾਂ ਖੁਸ਼ਬੂ ਤੇ ਫਰਤ ਆਏਗੀ, ਤਬੀਅਤ ਜਿਹੜੀ ਖੁਸ਼ਗਵਾਰ ਹੋ ਜਾਏਗੀ। ਇਸੇ ਤਰ੍ਹਾਂ ਹਾਂਡੀ ਦੇ ਵਿੱਚ ਅਗਰ ਤੁਸੀਂ ਆਦੀ ਜੇ ਨਾ ਪਾਓਗੇ ਤਾਂ ਫਿਰ ਤੁਹਾਡੇ ਜ਼ਾਇਕਾ ਜਿਹੜਾ ਮੁਤਾਸਰ ਹੋਏਗਾ। ਅਗਰ ਤੁਸੀਂ ਪਾਉਂਦੇ ਜੇ ਹਾਂਡੀ ਦਾ ਜ਼ਾਇਕਾ ਉਹ ਇੰਨਾ ਬਿਹਤਰ ਹੋ ਪੈਂਦਾ ਹੋਵੇਗਾ। ਇਸ ਤਰ੍ਹਾਂ ਹੀ ਅਦਰਕ ਜਿਹੜਾ ਹਾਂਡੀਆਂ 'ਚ ਪਾਓ ਤੇ ਉਹਦੇ ਨਾਲ ਹਾਂਡੀ ਜਿਹੜੀ ਉਹ ਖਾਣ ਦੇ ਕਾਬਲ ਹੋ ਜਾਂਦੀ, ਉਹਨੂੰ ਹਾਜ਼ਮਾ ਵੀ ਠੀਕ ਹੋ ਜਾਂਦਾ ਹੈ। ਅਗਰ ਨਾ ਇਹ ਜਿਹੜਾ ਅਦਰਕ ਤੇ ਹੈ ਦੂਸਰੀ ਜਿਹੜਾ ਥੋਮ ਇਹ ਪਾ ਕੇ ਸੈਲਡ ਬਣਾਇਆ ਜਾਵੇ ਜੀ, ਤੇ ਇਹ ਕਿਉਂਕਿ ਤੁਸੀਂ ਆਪਣੀ ਇਹਦੇ ਨਾਲ ਹਰਾਰਤ ਗਰੇਜ਼ੀ, ਰਤੂਬਤ ਗਰੇਜ਼ੀ ਦਾ ਜ਼ਿਕਰ ਕੀਤਾ, ਜਿਹੜਾ ਸਾਡੀ ਜ਼ਿੰਦਗੀ ਵਾਸਤੇ ਜ਼ਰੂਰੀ ਨੇ। ਦੋ ਚੀਜ਼ਾਂ ਗਰਮੀ ਤੇ ਰਤੂਬਤ। ਜਿਸ ਤਰ੍ਹਾਂ ਤੁਹਾਨੂੰ ਇੱਕ ਬੱਤੀ ਦੀ ਮਿਸਾਲ ਦਿੱਤੀ ਨਾ, ਲਾਈਟ ਦੀ, ਬਿਜਲੀ ਦੀ, ਇੱਕ ਚਿਰਾਗ ਦੀ, ਪੁਰਾਣੇ ਚਿਰਾਗ ਦੀ ਵੇਖ ਲਓ, ਇੱਕ ਉਹਦੀ ਬੱਤੀ ਹੈ ਤੇ ਇੱਕ ਤੇਲ ਹੈ। ਅਗਰ ਤੇਲ ਹੁਣ ਮੌਜੂਦ ਹੈ ਤੇ ਬੱਤੀ ਬਚੀ ਰਹਿੰਦੀ ਹੈ ਔਰ ਰੋਸ਼ਨ ਰਹਿੰਦਾ ਹੈ, ਤੇ ਜੇ ਤੇਲ ਮੁੱਕ ਗਿਆ ਤਾਂ ਬੱਤੀ ਵੀ ਸੜ ਜਾਂਦੀ, ਦੀਵਾ ਵੀ ਬੁਝ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਦੇ ਲਵਾਜ਼ਮਾਤ ਨੇ, ਛੋਟੇ ਛੋਟੇ ਮਾਮਣ ਨੇ। ਹੁਣ ਤੇਲ ਤੇ ਬੱਤੀ ਇਕੱਲੀ ਤਾਂ ਨਹੀਂ ਜਾਗਦੀ, ਉਹਦੇ ਨਾਲ ਤਾਂ ਉਹ ਚਿਰਾਗ ਵੀ ਹੈ, ਚਿਰਾਗ ਦਾ ਵਜੂਦ ਵੀ, ਉਸ ਮਾਹੌਲ ਦੇ ਵਿੱਚ ਉਹਦੀ ਆਕਸੀਜਨ ਵੀ ਉਹਨੂੰ ਮਿਲਣੀ ਹੈਗੀ, ਹੋਰ ਚੀਜ਼ਾਂ ਵੀ ਉਹਨੂੰ ਮਿਲਣੀਆਂ ਨੇ। ਇਸ ਤਰ੍ਹਾਂ ਇਹ ਮਾਮਨੀਨ ਨੇਗੇ ਸਾਡੀਆਂ, ਇਹ ਅੱਲਾ ਨੇ ਸਾਡੇ ਵਾਸਤੇ ਬਤੌਰੇ ਗਿਜ਼ਾ ਪੈਦਾ ਕੀਤੀਆਂ ਨੇ। ਇਹ ਬਤੌਰੇ ਜ਼ੀਰਾ ਜਿਹੜਾ ਹੈ ਸਾਡਾ ਬਤੌਰੇ ਦੁਆ ਹੈਗੀ। ਅਦਰਕ ਜਿਹੜਾ ਹੈ ਉਹ ਸਾਡੀ ਗਿਜ਼ਾ ਵੀ ਹੈ ਅਤੇ ਦੁਆ ਵੀ, ਉਹਦੇ 'ਚ ਦੋਵੇਂ ਚੀਜ਼ਾਂ, ਉਹ ਸਬਜ਼ੀ ਦੇ ਤੌਰ 'ਤੇ ਵੀ ਇਸਤੇਮਾਲ ਹੁੰਦਾ ਹੈ। ਜ਼ੀਰੇ ਦਾ ਜਿਹੜਾ ਹੈ ਇਹਦੇ ਫਵਾਇਦ ਕੀ ਨੇ? ਮਤਲਬ ਇਨਸਾਨੀ ਸਿਹਤ ਤੇ ਕੀ ਫਾਇਦਾ? ਇਹ ਦਿਲ ਨੂੰ ਫਰਤ ਦਿੰਦਾ ਜੀ, ਇਹਨੇ ਦਿਮਾਗ ਨੂੰ ਕੂਵਤ ਦੇਣੀ ਹੈ, ਅਤੇ ਦਿਲ ਨੂੰ ਜਿਹੜਾ ਥੱਕਿਆ ਹੋਇਆ ਨਾ, ਥੱਕੇ ਹੋਏ ਦਿਲ ਨੂੰ ਇਹਨੇ ਸਕੂਨ ਦੇ ਦੇਣਾ, ਰਾਹਤ ਦੇ ਦੇਣੀ ਹੈਗੀ, ਅਗਰ ਇਹਨੂੰ ਇਸ ਤਰ੍ਹਾਂ ਹੀ ਚੂਸਿਆ ਜਾਂਦਾ ਹੈ। ਤਾਂ ਜਦੋਂ ਸਾਡੀ ਤਬੀਅਤ ਟੁੱਟੀ ਭੱਜੀ ਹੋਵੇ ਅਤੇ ਕਿਸੇ ਚੀਜ਼ ਨੂੰ ਜੀ ਨਾ ਕਰਨ, ਜ਼ਰਾ ਕੋ ਦੇ ਦਿਓ, ਤਬੀਅਤ ਇੱਕਦਮ ਹਸ਼ਾਸ਼ ਬਿਸ਼ਾਸ਼ ਹੋ ਜਾਏਗੀ। ਜਿਵੇਂ ਬੰਦਾ ਬੇਹੋਸ਼ ਹੋਣ ਡਿਆ ਅਤੇ ਪਾਣੀ ਦਾ ਛੱਟਾ ਮਾਰ ਦਿੱਤਾ ਹੈ, ਇਹ ਕੈਫੀਅਤ ਇਸ ਤਰ੍ਹਾਂ ਹੀ ਫਰਕ ਦੇ ਦੇਗਾ। ਦੇਖੋ ਨੁਕਸਾਨ ਤਾਂ ਨਹੀਂ, ਇਹ ਤਾਂ ਜ਼ਿਆਦਾ ਖਾਈਏ। ਜਦੋਂ ਕੋਈ ਵੀ ਚੀਜ਼ ਜ਼ਿਆਦਾ ਕਰੀਏ, ਕਿਸੇ ਵੀ ਚੀਜ਼ ਦੀ ਜ਼ਿਆਦਤੀ, ਕਿਸੇ ਵੀ ਚੀਜ਼ ਦੀ ਕਮੀ ਹੱਦ ਤੋਂ ਜ਼ਿਆਦਾ ਵੀ ਨੁਕਸਾਨ ਦਿੰਦੀ। ਇੰਗਲਿਸ਼ ਦਾ ਹੀ ਮਕੂਲਾ ਹੈ, ਐਕਸੈਸ ਇਨ ਐਵਰੀਥਿੰਗ ਇਜ਼ ਬੈਡ। ਅਤੇ ਕਿਸੇ ਵੀ ਚੀਜ਼ ਦੀ ਇਸੇ ਤਰ੍ਹਾਂ ਕਮੀ ਜਿਹੜੀ ਹੈ ਉਹ ਵੀ ਜਿਹੜੀ ਹੈ। ਵੈਸੇ ਇਹ ਜ਼ੀਰਾ ਕੀ ਨੁਕਸਾਨ ਹੋ ਸਕਦਾ? ਮਤਲਬ ਕਿ ਕਿਹੜੇ ਜਿਸਮ ਦੇ ਉੱਤੇ? ਉਹ ਤੁਹਾਡੇ ਜੋ ਅਸਾਬੀਅਤ ਸੁਸਤੀ ਤਾਰੀ ਕਰ ਦੇਗਾ, ਫਿਰ ਸੁਸਤੀ ਤਾਰੀ ਕਰ ਦੇਗਾ। ਫਿਰ ਬਹੁਤਾ ਖਾਧਾ, ਫਿਰ ਤੁਹਾਨੂੰ ਉਹਨੇ ਪਹਿਲਾਂ ਤਾਂ ਫਰਦ ਦਿੱਤੀ ਸੀ ਨਾ, ਉਹ ਫਰਦ ਦੀ ਬਜਾਏ ਸੁਸਤੀ ਤਾਰੀ ਕਰੇਗਾ, ਤੁਸੀਂ ਉੱਦਾਂ ਹੀ ਜੀ ਕਰੇਗਾ ਸੁੱਤੇ ਹੀ ਰਹੋ। ਤੁਹਾਡਾ ਪਿਸ਼ਾਬ ਵੀ ਜ਼ਿਆਦਾ ਲਿਆਏਗਾ, ਇਹ ਪਿਸ਼ਾਬ ਅਵਰ ਹੁੰਦਾ ਹੈਗਾ, ਇਹ ਗੁਰਦੇ ਨੂੰ ਕੰਮ ਕਰਾਉਂਦਾ ਹੈਗਾ। ਅਗਰ ਜ਼ਿਆਦਾ ਖਾ ਲਿਆ, ਗੁਰਦੇ ਕੰਮ ਬਹੁਤਾ ਪਿਸ਼ਾਬ ਲਿਆ ਕੇ ਥੱਕ ਜਾਣਗੇ, ਤੁਹਾਡੇ ਸ਼ੂਗਰ ਵਾਲੇ ਪਾਸੇ ਤਬੀਅਤ ਦਾ ਆਰਦਾ ਚਲਾ ਜਾਏਗਾ। ਇਸੇ ਤਰ੍ਹਾਂ ਇਸ ਤਰ੍ਹਾਂ ਹੀ ਬੀਬੀਆਂ ਹੈਗੀਆਂ, ਬੀਬੀਆਂ ਦੇ ਜਿਹਨਾਂ ਦੇ ਮੈਂਸ ਦੇ ਨਾਲ ਆਉਂਦੇ ਹੋਣ, ਤੰਗੀ ਨਾਲ ਆਉਂਦੇ ਹੋਣੇ, ਉਹਨਾਂ ਨੂੰ ਦੇ ਦਿਓ ਜਾਂ ਕਾਹਵਾ ਦੇ ਦਿਓ ਜਾਂ ਉੱਦਾਂ ਖਵਾ ਦਿਓ, ਉਹਨਾਂ ਦੀ ਆਸਾਨੀ ਨਾਲ ਆ ਜਾਣਗੇ। ਅਤੇ ਆਪਣੇ ਜਿਨ੍ਹਾਂ ਦੇ ਬੰਦ ਹੀ ਹੋਣ ਉਹਨਾਂ ਨੂੰ ਦੇ ਦਿੱਤਾ, ਉਹਨਾਂ ਦੇ ਹੋਰ ਬੰਦ ਹੋ ਪੈਣੇ। ਅੱਛਾ, ਉਹਨਾਂ ਦੀ ਹੋਰ ਵੀ ਸਖਤੀ ਆ ਬਣੀ, ਗਿਲਟੀਆਂ ਵੀ ਬਣ ਜਾਣਗੀਆਂ ਠੰਡਾ ਹੋ ਕੇ। ਇਹਦਾ ਮਿਜ਼ਾਜ ਰਤੂਬਤ ਵਾਲੇ ਪਾਸੇ, ਠੰਡਕ ਵਾਲੇ ਪਾਸੇ, ਗਰਮੀ ਕਮ ਹੈ, ਤਰੀ ਜ਼ਿਆਦਾ ਹੈ, ਅਤੇ ਤਰੀ ਜਿਹੜੀ ਉਹ ਗਲ ਪਾ ਕੇ ਸਰਦੀ ਵਾਲੇ ਪਾਸੇ ਮਾਇਲ ਹੋ ਜਾਂਦੀ ਹੈ।